गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत सिरलेख है माई भाग भरी। कह नानक गुर प्रसादी, जिना लिव लागी तिनी विचे माया पाया। भाग भरी अपने आप नाल। मेरे बच्चे नूं की हो गया, क्या चंगा हुंदा सी, राह ਜਾਂਦੇ ਨਾਲ ਪਿਆਰ ਕਰਦਾ ਸੀ, ਜਣੇ ਖਣੇ ਨੂੰ ਹਸਾਂਦਾ ਸੀ, ਹੱਸ ਹੱਸ ਤੇ ਹਸਾ ਹਸਾ ਕੇ ਢੇਡੀ ਪੀੜਾਂ ਪਾਉਂਦਾ ਸੀ। ਗਲੀ ਮੁਹੱਲਾ ਸਾਰੇ ਪ੍ਰਸੰਨ ਮੁਖ ਪ੍ਰਸੰਨ ਬਦਨ ਆਖਦੇ ਹੁੰਦੇ ਸਨ। ਹੁਣ ਨਾ ਕਿਸੇ ਨਾਲ ਬੋਲਦਾ ਹੈ, ਨਾ ਚਾਲਦਾ ਹੈ, ਨਾ ਹੱਸਦਾ ਹੈ, ਨਾ ਖੇਡਦਾ ਹੈ। ਅਜੇ ਕੁੱਕੜ ਬਾਂਗ ਨਹੀਂ ਦਿੰਦੇ ਕਿ ਖੁੰਮ ਵਾਂਗ ਉੱਠ ਬੈਠਦਾ ਹੈ। ਠੰਡੇ ਠਾਰ ਪਾਣੀ ਨਾਲ ਨਹਾ ਕੇ ਚੌਕਣੀ ਮਾਰ ਕੇ ਬਹਿ ਜਾਂਦਾ ਹੈ। ਸਾਰਾ ਦਿਨ ਨਾ ਬੋਲਦਾ ਹੈ, ਨਾ ਚਾਲਦਾ ਹੈ। ਬੁੱਲ ਫੜਕਦੇ ਦਿਸਦੇ ਹਨ, ਪਰ ਸੁਣੀਂਦਾ ਕੁਛ ਨਹੀਂ। ਮੱਥਾ ਤੇ ਅੱਖਾਂ ਕੁਛ ਟਿਕਵੀਂ ਉਦਾਸੀ ਵਾਲੇ ਦਿਸਦੇ ਹਨ। ਅੱਗੋਂ ਕਦੇ ਗੁੱਸੇ ਵੀ ਹੋ ਪੈਂਦਾ ਸੀ, ਹੁਣ ਗੱਡੇ ਪਏ ਲੰਘਣ ਮੁਸਕਰਾ ਛੱਡਦਾ ਹੈ। ਕੰਮਕਾਜ ਤੇ ਜਾਂਦਾ ਹੈ, ਪਰ ਅੱਗੇ ਵਾਂਗੂ ਖੁੱਭ ਕੇ ਕੰਮ ਕਰਦਾ ਨਹੀਂ ਦਿਸਦਾ। ਵੋਟੀ ਵੀ ਆਖਦੀ ਹੈ ਕਿ ਸੁਭਾਅ ਹੋਰ ਵੇ ਤੇ ਵੱਖਰਾ ਵੱਖਰਾ ਹੋ ਗਿਆ ਹੈ। ਬਾਲਾਂ ਨਾਲ ਵੀ ਉਹ ਲਾਡੀਆਂ ਨਹੀਂ ਕਰਦਾ ਜੋ ਕਦੇ ਕਰਦਾ ਹੁੰਦਾ ਸੀ। ਤੰਗ ਵੀ ਕਿਸੇ ਨੂੰ ਨਹੀਂ ਕਰਦਾ, ਪਰ ਭਿੱਜਦਾ ਵੀ ਕਿਸੇ ਨਾਲ ਨਹੀਂ। ਹੇ ਭਗਵਾਨ, ਮੇਰੇ ਬੱਚੇ ਨੂੰ ਕੀ ਹੋ ਗਿਆ ਹੈ? ਤੀਰਥ ਪਰਸਨ ਗਿਆ, ਸਾਰੀਆਂ ਖੁਸ਼ੀਆਂ ਹੀ ਕਿਤੇ ਡੋਬ ਆਇਆ ਹੈ। ਮੈਂ ਹੁਣ ਬਿਰਧ ਸਾਂ। ਪੁੱਤ ਦੇ ਚਾਓ ਮਲਾਰਾਂ ਦੇ ਆਸਰੇ ਮੇਰੇ ਦਿਨ ਲੰਘਣੇ ਸਨ, ਪਰ ਪੁੱਤ ਤਾਂ ਪਤਾ ਨਹੀਂ ਕਿੱਥੋਂ ਦਾ ਰੋਗ ਸਹੇੜ ਲਿਆਇਆ ਹੈ। ਮੈਂ ਕਿਵੇਂ ਕਰਾਂ? ਆਪ ਪੁੱਛ ਨਾ ਲਵਾਂ। ਨੂੰ ਆਖਦੀ ਹੈ ਨਾ ਪੁੱਛੋ, ਕਿਤੇ ਗੁੱਸੇ ਨਾ ਹੋ ਪੈਣ ਜਾਂ ਕਿਤੇ ਘਰੋਂ ਹੀ ਨਾ ਟੁਰ ਪੈਣ, ਪਰ ਮੇਰਾ ਦਿਲ ਨਹੀਂ ਮੰਨਦਾ। ਸੇਵਾ ਦਾਸ ਇੰਨਾ ਨਿਰਦਈ ਕਿੱਥੋਂ ਆਉਣ ਲੱਗਾ ਹੈ ਕਿ ਆਪਣੀ ਮਾਂ ਨਾਲ, ਜਿਸ ਨਾਲ ਸਾਰੀ ਉਮਰ ਅਟੁੱਟ ਪਿਆਰ ਕਰਦਾ ਰਿਹਾ ਹੈ, ਕਦੇ ਇੰਨਾ ਬਿਰਮੋਹਾ ਹੋ ਜਾਏ ਕਿ ਘਰੋਂ ਉੱਠੀ ਟੁਰੇ। ਨਹੀਂ ਨਹੀਂ, ਕਦੇ ਨਹੀਂ। ਅੱਜ ਮੈਂ ਜ਼ਰੂਰ ਪੁੱਛਣਾ ਹੈ। ਉਸ ਦੇ ਮੂੰਹ ਤੋਂ ਚੁੱਪ ਦੀ ਮੋਹਰ ਤੋੜਨੀ ਹੈ ਤੇ ਦਿਲ ਦੀ ਲੈਣੀ ਹੈ। ਕੋਈ ਸਾਨੂੰ ਸੋਝਲਾ ਤਾਂ ਪਵੇ ਕਿ ਬੱਚੇ ਦੇ ਅੰਦਰ ਕੀ ਵਰਤ ਰਹੀ ਹੈ। ਕਿਤੇ ਕੋਈ ਪੀੜਾ ਹੀ ਨਾ ਹੋਵੇ ਜੋ ਸਾਨੂੰ ਦੁੱਖ ਤੋਂ ਬਚਾਉਣ ਦਾ ਮਾਰਿਆ ਨਾ ਦੱਸਦਾ ਹੋਵੇ। ਮਾਈ ਇਹਨਾਂ ਸੋਚਾਂ ਵਿੱਚ ਬੈਠੀ ਸੀ ਕਿ ਸੇਵਾਦਾਸ ਜੀ ਆ ਗਏ ਤੇ ਮਾਤਾ ਜੀ ਨੂੰ ਸਿਰ ਨਿਵਾ ਕੇ ਆਪਣੇ ਆਸਣ ਤੇ ਜਾ ਬੈਠੇ। ਮਾਈ ਵੀ ਸਹਿਜੇ ਸਹਿਜੇ ਕੋਲ ਜਾ ਬੈਠੀ ਤੇ ਬੋਲੀ, ਮੈਂ ਵਾਰੀ, ਮੈਂ ਸਦਕੇ ਲਾਲ ਜੀ, ਰਾਜ਼ੀ ਹੋ? ਚਿੱਤ ਚੰਗਾ ਹੈ? ਸੇਵਾਦਾਸ, ਹਾਂ ਮਾਂ ਜੀ। ਮਾਤਾ, ਬੱਚਾ ਅੱਜ ਸਵਖਤੇ ਆ ਗਏ ਹੋ? ਸੇਵਾਦਾਸ, ਅੱਜ ਕੰਮ ਮੁੱਕ ਗਿਆ ਸੀ। ਮਾਤਾ, ਕੁਝ ਓਪਰੇ ਓਪਰੇ ਰਹਿੰਦੇ ਹੋ, ਚਿੱਤ ਵਿੱਚ ਕੋਈ ਖੇਚਲ ਜਾਂ ਸਰੀਰ ਨੂੰ ਕੋਈ ਔਖ ਤਾਂ ਨਹੀਂ? ਸੇਵਾਦਾਸ ਅਚਰਜ ਜਿਹਾ ਹੋ ਕੇ ਫਿਰ ਮੁਸਕਰਾ ਕੇ, ਨਹੀਂ ਮਾਂ ਜੀ। ਮਾਤਾ, ਮੈਂ ਸਦਕੇ ਲਾਲ, ਮੇਰੀ ਖੜ ਪੁੱਜੀ ਪਈ ਹੈ। ਕੋਈ ਦਿਨਾਂ ਦੀ ਖੇਡ ਹੈ। ਤੁਸੀਂ ਜਾਣਦੇ ਹੋ, ਬੁੱਢਿਆਂ ਦੇ ਦਿਲ ਹੌਲੇ ਹੋ ਜਾਂਦੇ ਹਨ। ਆਪਣੇ ਸਦਾ ਖਿੜੇ ਸੁਭਾਅ ਮੁਜਬ ਹੱਸਦੇ ਖੇਡਦੇ ਦਿਸਦੇ ਰਿਹਾ ਕਰੋ ਤਾਂ ਮੇਰਾ ਸਮਾਂ ਖੁਸ਼ੀ ਖੁਸ਼ੀ ਬੀਤਦਾ ਹੈ। ਜੇ ਤੁਸੀਂ ਉਦਾਸ ਦਿਸਦੇ ਹੋ, ਮੈਂ ਉਧਰ ਜਾਂਦੀ ਹਾਂ। ਤੁਹਾਡੇ ਚੰਦ ਮੁਖ ਤੇ ਬਦਲਵੀਂ ਵੇਖ ਕੇ ਮਾਂ ਸਹਿਮ ਜਾਂਦੀ ਹੈ। ਸੇਵਾਦਾਸ, ਕਿਉਂ ਮਾਂ ਜੀ? ਮੈਂ ਦੁਖੀ ਨਹੀਂ, ਮੈਂ ਉਦਾਸ ਨਹੀਂ। ਮਾਤਾ, ਫਿਰ ਨਾ ਉਸ ਤਰ੍ਹਾਂ ਹੱਸਦੇ ਹੋ, ਨਾ ਖੇਲਦੇ ਹੋ, ਨਾ ਖਿੜਦੇ ਹੋ, ਨਾ ਸਾਉਂਦੇ ਹੋ, ਨਾ ਗੱਲਾਂ ਕਥਾਂ ਨਾਲ ਪਰਚਾਉਂਦੇ ਹੋ। ਚੁੱਪ ਬੋਲਾਂ ਤੇ ਬਹਿ ਗਈ ਹੈ। ਤਕਣੀ ਵਿੱਚ ਕੋਈ ਟਿਕਾਓ ਟਿਕ ਗਿਆ ਹੈ। ਮੱਥੇ ਤੇ ਕੋਈ ਚਾਦਰ ਵਿਛ ਰਹੀ ਹੈ। ਉਹ ਪਿਆਰ ਵਾਲੀ ਮੁਸਕਰਾਹਟ
ਉਹ ਜਿਉਂਦੀ ਜਿਉਂਦੀ ਅੱਖਾਂ ਦੀ ਸਲੋਨੀ ਹਿਲਾਵਟ, ਉਹ ਮੱਥੇ ਤੇ ਖੇੜਿਆਂ ਦਾ ਖਿੜਖਿੜ ਪੈਣਾ ਨਹੀਂ ਦੀਦਾ। ਅਸਾਂ ਨਾਲ ਪਿਆਰ ਨਹੀਂ ਕਰਦੇ ਹੋ, ਵੋਟੀ ਨਾਲ ਕੋਈ ਬੇਮਲੂਮੀ ਵਿੱਥ ਹੈ, ਬਾਲਾਂ ਨਾਲ ਓਪਰਾਪਨ ਹੈ, ਕਾਰ ਵਿਹਾਰ ਵਿੱਚ ਕੁਝ ਉਚਾਟ ਲਗਨ ਹੈ। ਇਹ ਸਾਰਾ ਵਟਾਓ ਸਟਾਓ ਸਾਡੇ ਕਲੇਜੇ ਕੱਢ ਰਿਹਾ ਹੈ ਤੇ ਦਿਲਗੀਰੀ ਦੇ ਹੱਥ ਦਿਲ ਦੀਆਂ ਵਾਗਾਂ ਸੌਂਪ ਰਿਹਾ ਹੈ। ਸੇਵਾਦਾਸ ਠੰਡਾ ਸਾਹ ਲੈ ਕੇ, ਮਾਂ ਜੀ ਕੀ ਦੱਸਾਂ, ਮੈਨੂੰ ਕੋਈ ਔਹਰ ਨਹੀਂ, ਕੋਈ ਦਿਲਗੀਰੀ ਨਹੀਂ, ਤੁਸੀਂ ਕੋਈ ਤੋਖਲਾ ਨਾ ਕਰੋ, ਤੋਖਲੇ ਵਾਲੀ ਗੱਲ ਰੱਤੀ ਨਹੀਂ। ਮਾਤਾ ਸ਼ੁਕਰ ਹੈ ਕਿ ਮੇਰੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਖੇਚਲ ਨਹੀਂ, ਪਰ ਪੁੱਤਰ ਮਾਂ ਸਦਕੇ ਇਹ ਖੇੜੇ ਵਾਲਾ ਸੁਭਾਅ ਚੁੱਪ ਕਿਉਂ ਖਾ ਗਿਆ ਹੈ। ਸੇਵਾਦਾਸ ਕੀ ਦੱਸਾਂ ਮਾਂ, ਵੇਲਾ ਧਿਆਨ ਹੋਵੇ ਤਾਂ ਦਿਲ ਵੇਹਲੀਆਂ ਖੁਸ਼ੀਆਂ ਖੱਪਾਂ ਛੱਪਾਂ ਵਿੱਚ ਸਮਾਂ ਲੰਘਾਉਂਦਾ ਹੈ। ਧਿਆਨ ਕਿਤੇ ਰੁੱਝੇ ਤਾਂ ਫਿਰ ਜ਼ਰਾ ਰੁਝੇਵੇਂ ਨੇ ਆਪਣੀ ਵੱਲ ਰੱਖਣਾ ਹੋਇਆ। ਮਾਤਾ ਕੋਈ ਨਵਾਂ ਵਿਹਾਰ ਕਰ ਆਇਓ ਜਿਸ ਦਾ ਸਾਨੂੰ ਸਿਰ ਪੈਰ ਨਹੀਂ ਦਿਸਦਾ, ਕਿ ਕੋਈ ਹੋਰ ਨਵਾਂ ਕੰਮ ਕੀਤਾ ਨੇ ਜਿਸ ਨੇ ਧਿਆਨ ਐਸਾ ਖਿੱਚਿਆ ਹੈ ਕਿ ਮੈਨੂੰ ਮੈਨਾਵਤੀ ਦੇ ਸੁਪਨੇ ਖਾ ਲੱਥੇ ਹਨ। ਸੇਵਾਦਾਸ ਮੁਸਕਰਾ ਕੇ, ਵਿਹਾਰ ਤਾਂ ਨਹੀਂ ਕੀਤਾ, ਕੋਈ ਸੁੱਤੇ ਸੁੱਤੇ ਦੀ ਜਾਗ ਖੁੱਲ ਪਈ ਹੈ, ਮੈਂ ਕਿਸੇ ਜਾਗ ਵਿੱਚ ਰਹਿੰਦਾ ਹਾਂ। ਮਾਂ ਉਹ ਜਾਗ ਭਾਗ ਸੁਲੱਖੀ ਹੋਵੇ, ਪਰ ਕੁਝ ਸਾਨੂੰ ਵੀ ਦੱਸ ਨਾ ਕਿ ਉਸ ਜਾਗ ਨੇ ਸਾਡੇ ਵੱਲੋਂ ਮੂੰਹ ਕਿਉਂ ਚਾ ਕੱਤਿਆ ਹੈ। ਜੇ ਜੀਵਨ ਜੋਗਿਆਂ ਕੋਈ ਉਦਾਸੀ ਦੀ ਗੱਲ ਨਿਖੁੱਟੀ ਮਾਂ ਕੋਲੋਂ ਹੋਈ ਹੋਵੇ ਕਿ ਭਾਗਾਂ ਵਾਲੀ ਮੇਰੀ ਨੂੰਹ ਤੋਂ ਕੋਈ ਅਵਗਿਆ ਹੋ ਗਈ ਹੋਵੇ ਤਾਂ ਦੱਸ, ਤੈਨੂੰ ਕਿਹੀ ਜਾਗ ਆਈ। ਹੇ ਸ਼ਿਵ ਸੁਖ ਵਰਤਾਵੀਂ, ਮੇਰੀ ਅੰਤਲੀ ਉਮਰਾਂ ਨਾ ਖਰਾਬ ਹੋਵੇ। ਸੇਵਾਦਾਸ ਅੰਮਾ ਜੀ ਆਪ ਤੋਖਲਾ ਨਾ ਕਰੋ, ਨਾ ਆਪ ਵੱਲੋਂ ਨਾ ਆਪ ਦੀ ਨੂੰਹ ਵੱਲੋਂ ਮੈਨੂੰ ਕੋਈ ਠੋਕਰ ਲੱਗੀ ਹੈ। ਮੇਰੇ ਟੁਰੇ ਜਾਂਦੇ ਦਾ ਅਗੰਮੋਂ ਕੋਈ ਠੁੱਡਾ ਲੱਗ ਗਿਆ ਹੈ ਤੇ ਮੈਂ ਠੋਕਰ ਖਾ ਕੇ ਕਿਸੇ ਜਾਗ ਵਿੱਚ ਆ ਗਿਆ ਹਾਂ। ਮਾਂ ਕਿਹੀ ਜਾਗ, ਜਾਗ ਕਿਹੀ ਆ ਗਈ, ਗੋਪੀ ਚੰਦ ਵਾਲੀ ਜਾਗ ਤਾਂ ਨਹੀਂ। ਮੈਂ ਨਿਖੁੱਟੀ ਸਦਾ ਹੀ ਕਹਿੰਦੀ ਰਹਿੰਦੀ ਸਾਂ, ਬੱਚਾ ਭੱਲੇ ਰਾਹ ਟੁਰਨਾ, ਕਿਤੇ ਕੋਈ ਗੋਰਖ ਤਾਂ ਉਚਾਟ ਮੰਤਰ ਨਹੀਂ ਪੜਾ ਗਿਆ। ਸੇਵਾਦਾਸ ਜ਼ਰਾ ਮੁਸਕਰਾ ਕੇ, ਆਖਰ ਮਾਂ ਸਾਕ ਸਭ 4 ਦਿਨਾਂ ਦੇ ਹੀ ਹਨ, ਕਿਸੇ ਨਾਲ ਤਾਂ ਨਹੀਂ ਨਾ ਨਿਭਣਾ। ਮਾਂ ਮੈਂ ਮੋਈ, ਹਾਏ ਮੈਂ ਤਤਣੀ ਨੇ ਲਾਲ ਨੂੰ ਕਿਉਂ ਤੀਰਥੀ ਟੋਰਿਆ। ਕੌਣ ਕੋਈ ਸਿਰ ਬੂਟੀਆਂ ਧੋਣਨ ਵਾਲਾ ਲਾਲ ਨੂੰ ਮਿਲ ਪਿਆ ਜੋ ਅੱਜ ਸਾਕ ਝੂਠੇ ਹੋ ਗਏ। ਬੱਚਾ ਜੰਮਣ ਵਾਲੀ, ਦੁੱਖ ਦਰਦਾਂ ਸਹਿ ਕੇ ਪਾਲਣ ਵਾਲੀ, ਸੋਹਾਂ ਸੁਣ ਕੇ ਮੁਖੜਾ ਦੇਖ ਕੇ ਜੀਉਣ ਵਾਲੀ ਵੀ ਕੂੜੀ ਹੋ ਗਈ। ਮੈਂ ਤਾਂ ਕਦੇ ਪਦਾਰਥ ਨਹੀਂ ਮੰਗਿਆ, ਕਦੇ ਗਊ ਨਹੀਂ ਆਖੀ, ਮੈਂ ਤਾਂ ਵੇਖ ਵੇਖ ਠਰਦੀ ਹਾਂ, ਮੇਰਾ ਵੀ ਮੋਹ ਕੂੜਾ ਹੈ। ਹਾਏ ਮੇਰੀਆਂ ਲਿਖੀਆਂ, ਲਾਲ ਜੀ ਮੇਰੇ ਤਾਂ ਕੋਈ ਦਿਨ ਬਾਕੀ ਹਨ, ਇਹ ਨਾ ਕੋੜੇ ਕਰ ਦੇਣੇ। ਰੋ ਪਈ। ਸੇਵਾਦਾਸ ਗੰਭੀਰ ਸੁਰ ਵਿੱਚ, ਮਾਂ ਜੀ ਮੈਂ ਕਿਹਾ ਹੈ ਤੋਖਲਾ ਨਾ ਕਰੋ, ਮੈਂ ਜੋਗੀ ਨਹੀਂ ਬਣਨ ਲੱਗਾ, ਕੱਪੜੇ ਨਹੀਂ ਰੰਗਣ ਲੱਗਾ, ਘਰੋਂ ਨਸ ਨਹੀਂ ਜਾਣ ਲੱਗਾ। ਤੁਸੀਂ ਜੇਰਾ ਕਰੋ, ਉਦਾਸੀ ਮੇਰੀ ਵੀ ਮੇਰੀ ਉਦਾਸੀ ਹੈ, ਇਸ ਦਾ ਵੀ ਫਿਕਰ ਨਾ ਕਰੋ, ਮੈਂ ਅੰਦਰੋਂ ਉਦਾਸ ਨਹੀਂ ਹਾਂ। ਮਾਂ ਕਣ ਤੇ ਹੱਥ ਫੇਰ ਕੇ, ਜੁਗਾ ਜੀਏ ਵੇ ਲਾਲ, ਸ਼ੁਕਰ ਹੈ ਤੂੰ ਘਰੋਂ ਨਹੀਂ ਜਾਏਗਾ, ਸ਼ੁਕਰ ਹੈ, ਪਰ ਮੇਰਾ ਮਨ ਚੰਦਰਾ ਅਜੇ ਵੀ ਥਾਵੇਂ ਨਹੀਂ ਆਉਂਦਾ। ਕੁਛ ਤਾਂ ਚਾਨਣਾ ਪਾ, ਕੁਛ ਤਾਂ ਗੰਢ ਖੋਲ, ਕੁਛ ਤਾਂ ਚੁੱਪ ਦੀ ਮੋਹਰ ਤੋੜ, ਮੈਨੂੰ ਇੰਨਾ ਪਤਾ ਲੱਗ ਜਾਏ ਕਿ ਤੇਰੇ ਅੰਦਰ ਕੀ ਵਰਤ ਰਹੀ ਹੈ। ਸੇਵਾਦਾਸ ਅੰਮਾ ਮੇਰੇ ਅੰਦਰ ਇਹ ਵਰਤ ਰਹੀ ਹੈ ਕਿ ਮੈਂ ਉਮਰਾਂ ਵਿਅਰਥ ਗਵਾਈ, ਇਹ ਤਾਂ ਹੈ ਉਦਾਸੀ। ਅੱਛਾ ਜੋ ਗਈ ਸੋ ਗਈ, ਬੀਤੀ ਹੁਣ ਸੰਭਲੀਏ। ਇਹ ਤਾਂ ਹੈ ਮੇਰੇ ਅੰਦਰ ਇੱਕ ਯਤਨ, ਇਹ ਮਿਹਨਤ ਦੀ ਵਿਚਾਰ ਜੋ ਮੈਨੂੰ ਪਛਤਾਵੇ ਤੋਂ
ਸਾਬਣ ਦਾ ਕੰਮ ਤਾਂ ਲੈਣ ਦੇਂਦੀ ਹੈ, ਪਰ ਰੁੜ ਜਾਣ ਦਾ ਨੁਕਸਾਨ ਨਹੀਂ ਉਠਾਉਣ ਦੇਂਦੀ। ਫਿਰ ਮੈਂ ਜਿਸ ਤਰ੍ਹਾਂ ਸਮਝਦਾ ਹਾਂ ਕਿ ਉਮਰਾਂ ਸਫਲ ਇਉਂ ਹੈ, ਉਹ ਕਰਨ ਦਾ ਯਤਨ ਮੇਰੇ ਮਨ ਵਿੱਚ ਇੱਕ ਟਿਕਾਓ ਤੇ ਇੱਕ ਠਰਮੇ ਦਾ ਸਵਾਦ ਜਿਹਾ ਪੈਦਾ ਕਰਦਾ ਹੈ। ਮਾਂ ਜੀ, ਇਹ ਵਰਤਦੀ ਹੈ ਮੇਰੇ ਅੰਦਰ। ਮਾਂ ਤੇ ਲਾਲ ਜੀ, ਸਾਨੂੰ ਤੁਸੀਂ ਸਹਿਮੇ ਹੋਏ ਦਿਸਦੇ ਹੋ। ਸੇਵਾਦਾਸ, ਦਿਸਣਾ ਤਾਂ ਹੋਇਆ, ਮੈਨੂੰ ਐਵੇਂ ਬੀਤ ਗਈ ਦਾ ਅਰਮਾਨ ਅਜੇ ਸ਼ਾਂਤ ਨਹੀਂ ਨਾ ਹੋਇਆ, ਹੋ ਜਾਏਗਾ। ਮਾਂ, ਤੇ ਫਿਰ ਜੋ ਕੁਛ ਲੱਭਾ ਹੈ ਸੋ ਪੱਕ ਤੈਨੂੰ ਸਾਥੋਂ ਨਹੀਂ ਵਿਛੋੜੇਗਾ। ਪੱਕ ਦੇਖ ਨਿੱਕੇ ਨਿੱਕੇ ਬਾਲਾਂ ਵੱਲ, ਦੇਖ ਬੁੱਢੀ ਮਾਂ ਵੱਲ, ਤੇ ਦੇਖ ਮਾਂ ਪਿਓ ਛੱਡ ਆਈ ਤੇਰੇ ਲੜ ਲੱਗੀ, ਤੇਰੇ ਜੋਗੀ ਹੋ ਰਹੀ ਆਪਣੀ ਅਪਨਾਈ ਵੱਲ, ਤੇ ਤਰਸ ਕਰੀ ਸਭਨਾ ਤੇ ਲਾਲ, ਕੰਡ ਨਾ ਦਿਖਾਈ, ਅਸੀਂ ਜੋ ਕਹਾਂਗੇ ਕਰਾਂਗੇ। ਸੇਵਾਦਾਸ ਮੁਸਕਰਾ ਕੇ ਤੇ ਫਿਰ ਉਦਾਸ ਹੋ ਕੇ, ਮਾਂ ਜੀ ਤੋਖਲਾ ਨਾ ਕਰੋ, ਮੈਂ ਤਿਆਗੀ ਨਹੀਂ ਹੋਣਾ, ਮੈਂ ਤਾਂ ਮਨ ਦਾ ਤਿਆਗ ਸਿੱਖਣਾ ਹੈ। ਸਰੀਰ ਦੇ ਤਿਆਗੀ ਅੱਗੇ ਥੋੜ੍ਹੇ ਹਨ, ਤੁਸੀਂ ਰੱਤੀ ਤੋਖਲਾ ਨਾ ਕਰੋ। ਮਾਂ, ਜੀਓ ਸਦਕੇ ਤੇਰੀ ਮਿੱਠੀ ਜੀਭ ਤੋਂ ਤੇ ਸਚਿਆਰ ਜੀਭ ਤੋਂ, ਪਰ ਪੁੱਤ ਮਾਂ ਦੀਆਂ ਆਂਦਰਾਂ ਕਮਲੀਆਂ ਹੁੰਦੀਆਂ ਹਨ। ਧੀਰਜ ਬੱਝ ਕੇ ਮੈਂ ਕਲਵਲ ਹੋ ਜਾਂਦੀ ਹਾਂ। ਜ਼ਰਾ ਵਧੇਰੇ ਹਾਲ ਦੱਸ, ਕਿਵੇਂ ਹੋਈ ਇਹ ਜਾਗ, ਕਿਵੇਂ ਆਈ, ਕਿਸ ਭਾਗ ਸੁਲੱਖੇ ਕੋਲੋਂ ਆਈ, ਤੇ ਕਿਵੇਂ ਇਹ ਟੁਰੀ ਰਹੇਗੀ, ਤੇ ਗ੍ਰਸਤ ਵਿੱਚ ਰਹਿ ਕੇ ਜੋ ਕਿਵੇਂ ਕਮਾਓਗੇ, ਅੱਗੇ ਤਾਂ ਕਦੀ ਨਹੀਂ ਐਸੀ ਹੋਈ। ਸੇਵਾਦਾਸ, ਮਾਂ ਜੀ, ਮੈਂ ਤੁਹਾਡੇ ਮੂੰਹ ਨੂੰ ਤੇ ਸਾਡੀ ਸੁਖਦਾਈ ਮਮਤਾ ਨੂੰ ਸਮਝਦਾ ਹਾਂ, ਪਰ ਅਮੀਏ ਕੀ ਦੱਸਾਂ, ਜਦੋਂ ਮਿਹਰ ਆਉਂਦੀ ਹੈ ਬਹਾਨਾ ਬਣ ਜਾਂਦਾ ਹੈ। ਤੀਰਥ ਯਾਤਰਾ ਕਰਦਿਆਂ ਮੈਨੂੰ ਸੋਹ ਪਈ ਕਿ ਕੋਈ ਨਵਾਂ ਤੀਰਥ ਪ੍ਰਗਟ ਹੋਇਆ ਹੈ, ਤੇ ਉਹ ਸਾਡੀ 5 ਪਾਣੀਆਂ ਦੀ ਧਰਤੀ ਵਿੱਚ ਹੈ। ਮੈਂ ਕਿਹਾ ਚੰਗਾ, ਦਰਸ਼ਨ ਕਰਾਂਗੇ। ਕਿਸੇ ਟਿਕਾਣੇ ਸਫ਼ਰ ਵਿੱਚ ਮੈਂ ਕਿਸੇ ਸਿਪਾਹੀ ਬਾਣੇ ਵਾਲੇ ਆਦਮੀ ਨੂੰ ਕੁਝ ਪੜ੍ਹਦਿਆਂ ਡਿੱਠਾ ਤੇ ਮਖੌਲ ਕੀਤਾ। ਮਖੌਲ ਕਰਨਾ ਸੀ ਕਿ ਉਹ ਮੇਰੇ ਗਲ ਪੈ ਗਿਆ। ਮੈਂ ਆਖਾਂ ਸਿਪਾਹੀ ਕੀ ਤੇ ਜੋਗ ਕੀ, ਤੇ ਉਹ ਕਹੇ ਉਹ ਜੋਗ ਕਾਹਦਾ ਜੋ ਹਰ ਕੋਈ ਨਾ ਕਰ ਸਕੇ। ਸਿਪਾਹੀ ਕੀ ਤੇ ਵਿਹਾਰੀ ਕੀ, ਧੋਬੀ ਕੀ ਤੇ ਬਾਣੀਆ ਕੀ, ਤਿਆਗੀ ਕੀ ਤੇ ਗ੍ਰਸਤੀ ਕੀ। ਜੋਗ ਉਹ ਜੋ ਸਭ ਨੂੰ ਜੋਗੀ ਬਣਾ ਕੱਢੇ। ਜੇ ਜੋਗ ਨੇ ਹਰ ਕਿਸੇ ਲਈ ਨਹੀਂ ਹੋਣਾ ਤਾਂ ਉਹ ਕਾਹਦਾ ਜੋਗ। ਤੂੰ ਜਾਣਨੀ ਏ ਮੇਰਾ ਜੁਗਤੀ ਸੁਭਾਅ, ਮੈਂ ਕਰ ਬੈਠਾ ਸਾਂ ਮਖੌਲ, ਮੈਨੂੰ ਲੈਣੇ ਦੇ ਦੇਣੇ ਪੈ ਗਏ। ਉਸ ਤਲਵਰੀਏ ਨੇ ਉਹ ਗਿਆਨ ਦੇ ਵਾਕ ਦਿੱਤੇ ਕਿ ਮੈਂ ਹਾਰ ਗਿਆ ਤੇ ਹਾਰ ਮੰਨੀ, ਪਰ ਹਾਰ ਤੋਂ ਛੁਟਕਾਰਾ ਨਾ ਹੋਇਆ। ਮੇਰੇ ਅੰਦਰ ਖੋਹ ਲੱਗ ਗਈ ਕਿ ਇਸ ਤੋਂ ਉਹ ਭੇਦ ਮਿਲੇ ਜਿਸ ਨਾਲ ਗ੍ਰਹਿ ਵਿੱਚ ਜੋਗ ਮਿਲੇ। ਬਸ ਮਾਂ, ਮੈਂ ਸਿਰ ਜਾਦੂ ਧੂੜੇ ਹੋਏ ਵਾਂਗ ਪਿਆ ਮਗਰ ਫਿਰਾਂ। ਉਸਨੇ ਮੈਨੂੰ ਬੜਾ ਕੁਝ ਦੱਸਿਆ, ਪਰ ਆਖਿਆ ਕਿ ਜਦੋਂ ਘਰਾਂ ਨੂੰ ਮੁੜੇ ਪਹਾੜੀ ਚੜ੍ਹਨ ਤੋਂ ਪਹਿਲਾਂ ਰਾਵੀ ਬਿਆਸ ਦੇ ਵਿਚਕਾਰ ਅੰਮ੍ਰਿਤ ਤੀਰਥ ਤੇ ਜਾਵੀਂ। ਸੋ ਮਾਂ, ਮੈਂ ਮੁੜਦੀ ਵਾਰੀ ਉੱਥੇ ਗਿਆ। ਤੀਰਥ ਡਿੱਠਾ, ਸ਼ਾਹੀ ਸੜਕ ਤੋਂ ਕੋਹ ਸਵਾ ਕੋਹ ਤੇ ਹੈ। ਬੜਾ ਰਮਣੀਕ ਟਿਕਾਣਾ ਹੈ। ਤੀਰਥ ਕਾਹਦਾ, ਤੀਰਥ ਰਾਜ ਹੈ। ਦਰਸ਼ਨ ਕਰਕੇ ਬੜੀ ਠੰਡ ਪਈ। 8 ਪੈਰ ਕੀਰਤਨ ਹੁੰਦਾ ਹੈ। ਪਰਮੇਸ਼ਰ ਦਾ ਜਸ ਬੜੇ ਰਸੀਏ ਤੇ ਕਰਨੀ ਵਾਲੇ ਲੋਕ ਕਰਦੇ ਹਨ। ਜਲ ਦੇ ਵਿਚਕਾਰ ਮੰਦਰ ਖੜਾ ਹੈ। ਦਰਸ਼ਨ, ਰੋਸ਼ਨੀ, ਸ਼ੁਆ, ਚਰਜ ਹੈ। ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਇੱਥੇ 2 ਤੀਰਥ ਹਨ, ਇੱਕ ਇਹ ਤੀਰਥ ਤੇ ਇੱਕ ਤੀਰਥ ਵਾਲਾ ਆਪ। ਮਾਂ ਉਤਾਵਲੀ ਹੋ ਕੇ, ਕੋਈ ਜੋਗੀ, ਉਹ ਕੌਣ ਸੀ? ਸੇਵਾਦਾਸ, ਮਾਂ ਉਹ ਗ੍ਰਸਤੀ ਹੈ। ਮਾਂ, ਸ਼ੁਕਰ, ਹਾਂ ਫਿਰ ਕਿਵੇਂ ਹੋਈ? ਸੇਵਾਦਾਸ, ਪਤਾ ਲੱਗਾ ਕਿ ਇੱਕ ਤਾਂ ਇਹ ਤੀਰਥ ਹੈ ਤੇ ਇੱਕ ਤੀਰਥ ਰੂਪ ਇਸ ਤੀਰਥ ਦਾ ਵਾਲੀ ਹੈ। ਉਸ ਦੇ ਦਰਸ਼ਨ ਹੋਣ ਦੀ ਆਸ ਲੱਗੀ। ਉਹ ਇੱਕ ਪਿੰਡ ਗਏ ਹੋਏ ਸੀ। ਉਡੀਕ ਵਿੱਚ ਮੈਂ ਠਹਿਰ ਗਿਆ। ਉਹ ਆਏ, ਸੱਚਮੁੱਚ ਆਏ। ਮੈਂ ਡਿੱਠੇ ਤੇ ਸੱਚੀ ਮੁੱਚੀ ਡਿੱਠੇ। ਹਾਂ ਮਾਂ,
ਨੈਣ ਬੰਦ ਹੋ ਗਏ, ਕੁਝ ਅਥਰੂ ਟੱਠੇ। ਹਾਂ ਮਾਂ, ਮੈਂ ਡਿੱਠੇ, ਨੈਣਾਂ ਵਿੱਚ ਬਹਾ ਲਏ, ਨੈਣਾਂ ਤੋਂ ਅੰਦਰ ਲੰਘ ਗਏ। ਕਿਤੇ ਅੰਦਰ ਚਲੇ ਗਏ, ਕਿਤੇ ਜਾ ਕੇ ਬਹਿ ਗਏ। ਹੈਂ ਮਾਂ, ਤੱਕੋ ਨਾ ਟਿਕ ਗਏ ਅੰਦਰ ਵਾਰ, ਅੰਦਰ ਬਹਿ ਗਏ। ਫਿਰ ਮੈਂ ਨੈਣ ਖੋਲੇ ਤਾਂ ਮੇਰੇ ਸਾਹਮਣੇ ਖੜੇ ਸਨ ਤੇ ਤੀਰ ਮੇਰੇ ਸਿਰ ਨਾਲ ਲਾ ਰੱਖਿਆ ਸਾਨੇ। ਮੈਂ ਬੇਵੱਸਾ ਹੋ ਕੇ ਪੈਰਾਂ ਤੇ ਟਹਿ ਪਿਆ। ਮੇਰੇ ਨੈਣ ਬੰਦ ਹੋ ਗਏ ਤਾਂ ਕੀ ਵੇਖਾਂ, ਉਹ ਮੇਰੇ ਅੰਦਰ ਉਸੇ ਤਰ੍ਹਾਂ ਬਿਰਾਜੇ ਹਨ। ਫਿਰ ਮੇਰਾ ਜੀ ਨਾ ਕਰੇ ਅੱਖਾਂ ਖੋਲਾਂ। ਮੈਂ ਕਹਾਂ ਮਤੇ ਬਾਹਰ ਨਾ ਨਿਕਲ ਜਾਣ, ਪਰ ਕੁਝ ਚਿਰ ਮਗਰੋਂ ਮੇਰੇ ਸਿਰ ਤੇ ਪਿਆਰ ਮਿਲਿਆ। ਮੈਂ ਫਿਰ ਤੱਕਿਆ ਤਾਂ ਉਹ ਉਵੇਂ ਖੜੇ ਸਨ, ਨਹੀਂ ਮੇਰੇ ਪਰ ਝੁਕ ਰਹੇ ਸਨ ਤੇ ਮੇਰੇ ਸਿਰ ਤੇ ਪਿਆਰ ਦੇ ਰਹੇ ਸਨ। ਮੈਂ ਜਾਤਾ ਮੇਰੇ ਅੰਦਰੋਂ ਨਿਕਲ ਆਏ। ਦੇਖਣ ਲਈ ਮੈਂ ਫਿਰ ਨੈਣ ਮੀਟੇ ਤਾਂ ਉਸੇ ਤਰ੍ਹਾਂ ਅੰਦਰ ਵਸ ਰਹੇ ਸਨ। ਮੈਂ ਫਿਰ ਬਾਹਰ ਤੱਕਿਆ ਤਾਂ ਕਿਰਪਾਲ ਮਿਹਰਾਂ ਕਰ ਰਹੇ ਸਨ। ਮੇਰੀ ਸਮਝੇ ਨਾ ਆਇਆ ਕਿ ਅੰਦਰ ਹਨ ਕਿ ਬਾਹਰ, ਕਿ ਨੈਣ ਮੀਟਿਆਂ ਅੰਦਰ ਲੰਘ ਜਾਂਦੇ ਹਨ, ਖੋਲਿਆਂ ਬਾਹਰ ਆ ਜਾਂਦੇ ਹਨ। ਮੈਂ ਬੌਰਾ ਜਿਹਾ ਹੋ ਗਿਆ। ਉਹ ਬੌਰਾ ਸਭ ਕੋਈ ਹੋਵੇ, ਤੂੰ ਹੋਵੇਂ, ਤੇਰਾ ਪਰਿਵਾਰ ਹੋਵੇ, ਉਹ ਬੌਰਾਪਨ ਹੋਸ਼ਾਂ ਤੋਂ ਸੋਹਣਾ ਹੈ। ਕੀ ਦੱਸਾਂ ਸਵਾਦ ਅੰਮਾ, ਰੋ ਕੇ। ਲੂੰ ਲੂੰ ਵਿੱਚ ਇੱਕ ਚਰਨਾਹਟ ਸੀ ਤੇ ਰਸ ਸੀ ਤੇ ਹਲਕਾਪਨ ਸੀ ਤੇ ਵਿੱਚ ਇੱਕ ਲਹਿਰ ਆਪੇ ਗੁੰਮ ਹੋਣ ਦੀ ਸੀ। ਖੈਰ, ਵੇਖੇ ਬਿਨਾਂ ਕੀ ਪਤਾ। ਜਦੋਂ ਮੈਨੂੰ ਉਸ ਤੀਰਾਂ ਵਾਲੇ ਨੇ ਪਿਆਰ ਦੇ ਦੇ ਕੇ ਰਸ ਵਿੱਚ ਰੰਗ ਲਿਆ ਤਾਂ ਕਿਹਾ, ਸਾਵਧਾਨ ਹੋ, ਨਿਹਾਲ ਸਿੱਖਾ ਨਿਹਾਲ, ਜਪ ਵਾਹਿਗੁਰੂ। ਤਾਂ ਮਾਂ, ਮੈਂ ਕੀ ਡਿੱਠਾ ਕਿ ਲੂੰ ਲੂੰ ਵਿੱਚ ਆਪੇ ਵਾਹਿਗੁਰੂ ਵਾਹਿਗੁਰੂ ਹੋ ਰਿਹਾ ਹੈ ਤੇ ਇੱਕ ਸਵਾਦ ਦੀ ਛੈਬਰ ਲੱਗ ਰਹੀ ਹੈ। ਮਾਂ, ਕੁਝ ਸਵਾਦ ਵਿੱਚ ਕੁਝ ਘਬਰਾ ਕੇ ਤੇ ਬੱਚਾ ਸਦਾ ਸ਼ਿਵ ਛੱਡ ਆਇਓ। ਸੇਵਾਦਾਸ, ਨਾ ਮਾਂ, ਲੈ ਆਇਆ। ਸਦਾ ਕਲਿਆਣ ਰੂਪ ਹੈ ਜਿਹੜਾ ਉਹ ਵਸ ਗਿਆ ਲੂੰ ਲੂੰ ਵਿੱਚ, ਉਹ ਧਸ ਗਿਆ ਅੰਦਰਲੇ ਦੇ ਅੰਦਰ। ਮੈਂ ਛੱਡ ਕਿਉਂ ਆਇਆ? ਹਾਂ, ਇੱਕ ਨਿਰਜਿੰਦ ਵਹਿਮ ਆਪੇ ਨੂੰ ਝਮੋੜਿਆ ਹੋਇਆ ਸੀ, ਉਹ ਜ਼ਰੂਰ ਟਹਿ ਪਿਆ। ਮਨ ਦੇ ਖਿਆਲ ਹਨ, ਵਹਿਮ ਹਨ। ਮਨ ਦੇ ਸਾਜੇ ਦੇਵ ਮਨ ਦਾ ਆਪਣਾ ਰੂਪ ਹਨ, ਪਰ ਜੋ ਸੱਚੀ ਮੁੱਚੀ ਦਾ ਹੈ ਉਹ ਜੀਵਦਾ ਹੈ, ਜਾਗਦਾ ਹੈ। ਉਹਦੇ ਆਇਆਂ ਜਿੰਦ ਆਉਂਦੀ ਹੈ, ਅੰਦਰ ਇੱਕ ਜਾਗਰਤ ਆਉਂਦੀ ਹੈ, ਸਦਾ ਜਾਗਦੀ ਪ੍ਰਤੀਤੀ ਆਉਂਦੀ ਹੈ। ਸੋ ਮਾਂ, ਮੇਰੇ ਅੰਦਰ ਇਹ ਵਰਤੀ। ਮਾਂ, ਵਰਤੀ ਤੇ ਇਹ ਤਾਂ ਚੰਗੀ ਵਰਤੀ, ਸੁੱਖਾਂ ਦੀ ਵਰਤੀ, ਫਿਰ ਹੱਸਦਾ ਕਿਉਂ ਨਹੀਂ? ਲੱਭਾ, ਕੁਝ ਲੱਭਾ, ਸਭ ਤੋਂ ਚੰਗਾ ਲੱਭਾ, ਫਿਰ ਵੈਰਾਗ ਕਿਉਂ? ਸੇਵਾਦਾਸ, ਮਾਂ, ਤੋਖਲਾ ਨਾ ਕਰ। ਮੇਰਾ ਵੈਰਾਗ ਮੇਰਾ ਹੈ, ਇਹ ਦਾਤੇ ਦਾ ਨਹੀਂ। ਦਾਤੇ ਤਾਂ ਸੁੱਖ ਤੇ ਰਸ ਤੇ ਠੰਡ ਤੇ ਉਮਾ ਬਖਸ਼ਿਆ। ਮੈਨੂੰ ਜਦੋਂ ਸਵਾਦ ਆਵੇ ਹਉਕਾ ਘੇਰਦਾ ਹੈ ਕਿ ਹਾਏ, ਮੈਂ ਐਨੀ ਉਮਰਾਂ ਐਵੇਂ ਕਿਉਂ ਗਵਾਈ। ਇਹ ਅਰਮਾਨ ਮੇਰੀ ਉਦਾਸੀ ਹੈ। ਮੇਰਾ ਧਿਆਨ ਉਸ ਅੰਦਰ ਬੈਠੇ ਦੇ ਰੰਗ ਵਿੱਚ ਰਹਿਣ ਕਰਕੇ ਮੈਂ ਟਿਕਾਅ ਵਿੱਚ ਹਾਂ। ਉਂਝ ਮੈਂ ਅੱਗੇ ਤੋਂ ਕਿਤੇ ਵਧੇਰੇ ਖੁਸ਼ ਹਾਂ, ਪਰ ਖੁਸ਼ੀ ਦੀ ਕਿਸਮ ਹੋਰ ਹੈ। ਮਾਂ, ਤੇ ਫਿਰ ਪੁੱਤ, ਉਹਨਾਂ ਕਲਿਆਣ ਰੂਪ ਜੀ ਨੇ ਤੁਸਾਂ ਕੀ ਨਾ ਕਿਹਾ? ਲੈ ਕਮੰਡਲ, ਪਾੜ ਕੱਪੜੇ, ਮਲ ਸੁਆ ਤੇ ਬੈਠ ਧੂਣੀ ਰਮਾ ਕੇ। ਇਹ ਸਵਾਦ ਵਿੱਚ ਜਿਵੇਂ ਭਰਥਰੀ ਨੂੰ ਕਿਹਾ ਸੀ ਤੇ ਉਹ ਰੋਂਦੀ ਪਿੰਗਲਾ ਛੱਡ ਕੇ ਸਾਧਨੀ ਹੋ ਕੇ ਨਾਲ ਸੇਵਾ ਕਰਨ ਦੀ ਬੇਨਤੀ ਕਰਨ ਵਾਲੀ ਵਿਲਕਦੀ ਨਾਰ ਨੂੰ ਛੱਡ ਕੇ ਟੁਰ ਗਿਆ ਤੇ ਜਿਵੇਂ ਵਾਸਤੇ ਘੱਤ ਦੀ ਮਹਿਨਾਵਤੀ ਨੂੰ ਲਾਉਂਦਿਆਂ ਤੇ ਰਣਵਾਸ ਦੇ ਸਾਰੇ ਸਮਾਜ ਨੂੰ ਛਾਲਾਂ ਮਾਰ ਮਾਰ ਮਰਦਿਆਂ ਵੇਖ ਕੇ ਵੀ ਟੁਰ ਗਿਆ ਸੀ ਗੋਪੀ ਚੰਦ। ਸੇਵਾਦਾਸ ਕਾਲਾ ਹੋ ਕੇ, ਨਾ 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 ਮਾਂ, ਉਹ ਆਪ ਗ੍ਰਸਤੀ ਹਨ, ਪਰਿਵਾਰ ਵਾਲੇ ਹਨ, ਮਾਤਾ ਵਾਲੇ ਹਨ, ਮਾਤਾ ਦਾ ਬੜਾ ਸਤਿਕਾਰ ਕਰਦੇ ਹਨ। ਮਾਂ, ਫਿਰ ਜੋਗੀ ਹਨ? ਸੇਵਾਦਾਸ, ਬ੍ਰਹਮ ਜੋਗੀ, ਜੋਗੀਆਂ ਦੇ ਪੂਜੇ। ਜੇ ਕੁਫਰ ਨਾ ਹੋਵੇ
ਤਾਂ ਮੈਂ ਕਹਾਂਗਾ ਕਿ ਉਹ ਆਪ ਹਨ, ਸਾਰੇ ਅਵਤਾਰਾਂ ਦੇ ਗੁਰੂ ਹਨ, ਉੱਤੋਂ ਧੁਰੋਂ ਆਏ ਹਨ। ਮਾਂ, ਕਿਸੇ ਨੂੰ ਨਹੀਂ ਆਖਦੇ ਕਿ ਸਾਧੂ ਹੋ ਜਾਓ। ਸੇਵਾਦਾਸ, ਕੋਈ ਤਿਆਗੀ ਆ ਜਾਵੇ ਤਾਂ ਉਸ ਨੂੰ ਵੀ ਤਾਰਦੇ ਹਨ, ਪਰ ਤਿਆਗ ਉਹਨਾਂ ਨੇ ਮਾਰਗ ਨਹੀਂ ਬਣਾਇਆ। ਉਹ ਪ੍ਰਵਾਨ ਗ੍ਰਸਤ ਉਦਾਸ ਦਾ ਮਾਰਗ ਟੋਰ ਰਹੇ ਹਨ। ਗ੍ਰਸਤ ਵਿੱਚ ਪਰਮੇਸ਼ਰ ਮਿਲਾਉਂਦੇ ਹਨ। ਉਂਝ ਵਿਤਕਰਾ ਕੋਈ ਨਹੀਂ ਕਿ ਤਿਆਗੀ ਨੂੰ ਨਹੀਂ ਤਾਰਨਾ, ਤਾਰਦੇ ਸਭ ਨੂੰ ਹਨ, ਪਰ ਗ੍ਰਸਤੀ ਨੂੰ ਤਿਆਗ ਦਾ ਉਪਦੇਸ਼ ਨਹੀਂ ਕਰਦੇ। ਗ੍ਰਸਤ ਨੂੰ, ਪਰਿਵਾਰ ਨੂੰ ਹੀ ਉਹ ਪਰਮੇਸ਼ਰ ਰਸੀਏ ਕਰ ਦਿੰਦੇ ਹਨ। ਮਾਂ, ਵਾਹ ਵਾਹ, ਧੰਨ ਬੱਚਾ ਤੇਰੇ ਭਾਗ ਤੇ ਧੰਨ ਸਾਡੇ ਭਾਗ। ਤੁਸੀਂ ਲਾਲ ਜੀ ਉਹਨਾਂ ਦੀ ਮਾਈ ਦਾ ਦਰਸ਼ਨ ਕੀਤਾ ਹੈ। ਉਹ ਮਾਂ ਨੂੰ ਪਿਆਰ ਕਰਦੇ ਹਨ। ਸੇਵਾਦਾਸ ਮੁਸਕਰਾ ਕੇ, ਹਾਂ ਮਾਂ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਸਾਖੀ ਦਾ ਅਗਲਾ ਭਾਗ ਅਗਲੇ ਪਾਰਟ ਵਿੱਚ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।